the terrible hardship. ਇਸੇ ਲੇਡੀ ਦਾ ਸੀਗਾ ਇਹ ਲਾਸਟ ਪ੍ਰਿਜ਼ਨਰ ਨੂੰ ਇੱਥੇ ਫਾਂਸੀ ਦਿੱਤੀ ਗਈ। ਉਸ ਤੋਂ ਬਾਅਦ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ। ਮੈਨੂੰ ਇੱਦਾਂ ਲੱਗਦਾ ਪਿਆ ਕਿ ਵੀ ਇਹ ਵਿਲੇਜ, ਜੇ ਤੁਹਾਨੂੰ ਬਾਈਬਲ ਦੀ ਸਮਝ ਹੈਗੀ ਆ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਮੈਂ ਕਿਸ ਚੀਜ਼ ਦੇ ਬਾਰੇ ਗੱਲ ਕਰ ਰਿਹਾ। ਜਹਾਜ਼ਾਂ ਦੇ ਬਾਰੇ ਦੱਸਿਆ ਹੋਇਆ ਸਾਰਾ ਕੁਝ। ਆਪ ਖੁਦ ਘਰੇ ਵੀ ਤੁਸੀਂ ਆਪਣੀ ਨੰਬਰ ਪਲੇਟ ਖੁਦ ਤਿਆਰ ਕਰ ਸਕਦੇ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਅੱਜ ਤੁਹਾਨੂੰ ਚਲੋ ਚੱਲੀਏ ਪ੍ਰੋਗਰਾਮ ਦੇ ਵਿੱਚ ਜਿੱਥੇ ਮੈਂ ਲੈ ਕੇ ਆਇਆ। ਇਹ ਹੈ ਨਾਰਥ ਬ੍ਰਿਸਬਨ ਦੇ ਕਬੂਲਚਰ ਏਰੀਏ ਦੇ ਵਿੱਚ ਇੱਕ ਹਿਸਟੋਰੀਕਲ ਵਿਲੇਜ। ਤੇ ਮੈਂ ਤੁਹਾਨੂੰ ਅੱਜ ਇੱਕ ਕਬੂਲਚਰ ਜਿਹੜਾ ਕਿ ਬਹੁਤ ਨੇੜੇ ਹੈ ਬ੍ਰਿਸਬਨ ਦੇ, ਤੁਹਾਨੂੰ ਜ਼ਿਆਦਾ ਦੂਰ ਜਾਣ ਦੀ ਲੋੜ ਵੀ ਨਹੀਂ ਹੈ। ਤੇ ਇੱਥੇ ਇੱਕ ਹਿਸਟੋਰੀਕਲ ਵਿਲੇਜ ਬਣਿਆ ਹੋਇਆ ਹੈ ਜਿਸ ਦੇ ਵਿੱਚ ਕਹਿੰਦੇ 12 ਏਕੜ ਦੇ ਵਿੱਚ ਹੈ ਤੇ 1880 ਦੇ ਆਸ-ਪਾਸ ਇਸ ਨੂੰ ਬਣਾਇਆ ਗਿਆ ਸੀਗਾ। 300 ਬ੍ਰਿਟਿਸ਼ ਪਾਉਂਡ ਦੇ ਨਾਲ ਬਣਾਇਆ ਗਿਆ ਤੇ ਇਸ ਦੇ ਵਿੱਚ ਪੋਸਟ ਆਫਿਸ ਹੈ, ਇਸ ਦੇ ਵਿੱਚ ਸਕੂਲ ਹੈ, ਇਸ ਦੇ ਵਿੱਚ ਹਰ ਇੱਕ ਚੀਜ਼ ਅਵੇਲੇਬਲ ਹੈ। ਤੇ ਦੇਖਦੇ ਹਾਂ, ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਤੁਹਾਨੂੰ ਹਰੇਕ ਚੀਜ਼ ਦਿਖਾ ਸਕਾਂ। 80 ਦੇ ਆਸ-ਪਾਸ 80-90 ਦੇ ਆਸ-ਪਾਸ ਇਸ ਦੇ ਵਿੱਚ ਪ੍ਰੋਪਰਟੀਜ਼ ਨੇ ਤੇ ਦੇਖਦੇ ਹਾਂ ਕਿੱਦਾਂ ਦੀਆਂ ਪ੍ਰੋਪਰਟੀਜ਼ ਨੇ। ਤੁਸੀਂ ਬੱਚਿਆਂ ਦੇ ਨਾਲ ਇੱਥੇ ਕਿੱਦਾਂ ਇੰਜੋਏ ਕਰ ਸਕਦੇ ਹੋ। ਪਰ ਮੇਰੇ ਜਾਣ ਤੋਂ ਪਹਿਲਾਂ ਹੀ ਮੈਂ ਜਦੋਂ ਦੂਰ ਤੋਂ ਵੀ ਦੇਖ ਰਿਹਾ ਨਾ ਤਾਂ ਇੱਥੇ ਤੁਹਾਨੂੰ ਸਾਰੇ ਬੱਚੇ ਹੀ ਦਿਖਦੇ ਪਏ ਨੇ ਕਿ ਬੱਚੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰ ਰਹੇ ਆ। ਟ੍ਰੇਨ ਰਾਈਡ ਹੈ ਇਸ ਦੇ ਵਿੱਚ, ਬਹੁਤ ਕੁਛ ਹੈ। ਆਓ ਚਲੋ ਚੱਲੀਏ, ਦੇਖਦੇ ਹਾਂ ਕੀ ਹੈ ਇਸ ਦੇ ਵਿੱਚ। ਇਹ ਜੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਗਾਊਨ ਹੈ। ਇਹ ਗਾਊਨ ਦੇ ਵਿੱਚ ਵੀ ਇਹੀ ਦੱਸਿਆ ਹੋਇਆ ਆ ਕਿ ਜਿੱਦਾਂ ਵਿਆਹ ਹੁਣ ਮਤਲਬ ਪਹਿਲਾਂ ਜਿੱਦਾਂ ਹੋ ਰਹੇ ਸੀਗੇ, ਬਹੁਤ ਭਾਰੇ ਭਾਰੇ ਗਾਊਨਸ ਵਰਤੇ ਜਾਂਦੇ ਸੀਗੇ ਜਦੋਂ ਵਿਕਟੋਰੀਆ ਐਰਾ ਦੇ ਵਿੱਚ। ਅਤੇ ਉਸ ਵਕਤ ਵੱਡੀ ਵੱਡੀਆਂ ਡਰੈਸਿਸ ਹੁੰਦੀਆਂ ਸੀਗੀਆਂ, ਮਤਲਬ ਸਭ ਦੇ ਗੋਲ ਗਲੇ ਹੁੰਦੇ, ਗਲੇ ਵੀ ਇੱਥੇ ਤੱਕ ਬੰਦ ਹੁੰਦੇ ਸੀਗੇ। ਪਰ ਇਹਨਾਂ ਨੇ ਦਿਖਾਇਆ ਇਸ ਦੇ ਵਿੱਚ ਕਿ ਜਦੋਂ ਇਸ ਵਿਲੇਜ ਦੇ ਵਿੱਚ ਜਾਂ ਇਸ ਕਹਿ ਲਓ ਹਿਸਟੋਰੀਕਲ ਦੇ ਵੀ ਦਿਖਾਇਆ ਹੋਇਆ ਆ ਕਿ ਇੱਥੇ ਜਦੋਂ ਗਾਊਨ ਇੱਥੇ ਚੇਂਜ ਹੋਣੇ ਸਟਾਰਟ ਹੋਏ ਆ 1920 ਦੇ ਆਸ-ਪਾਸ, ਅਤੇ ਉਦੋਂ ਗਾਊਨ ਮਤਲਬ ਕਿ ਲਾਈਟਰ ਹੋਣੇ ਸ਼ੁਰੂ ਹੋ ਗਏ, ਜ਼ਿਆਦਾ ਹੈਵੀ ਘੱਟ ਗਿਆ ਇਹਨਾਂ ਦਾ। ਅਤੇ ਪਲੱਸ ਜਿਹੜੇ ਵੀ ਸ਼ੇਪ ਗਲਾ ਜਿਹੜਾ ਆ ਹੁਣ ਆਪਣੇ ਤਾਂ ਨੋਰਮਲ ਦੇਖਣ ਨੂੰ ਆਪਾਂ ਵੀ ਪਾ ਲੈਂਦੇ, ਗੋਲ ਪਾ ਦਿੰਦੇ ਹਾਂ, ਪਰ ਉਦੋਂ ਵੀ ਸ਼ੇਪ ਵਾਲਾ ਫੈਸ਼ਨ 1920 ਤੋਂ ਲੈ ਕੇ 30 ਦੇ ਵਿਚਕਾਰ ਕਾਫੀ ਜ਼ਿਆਦਾ ਟਰੈਂਡ ਦੇ ਵਿੱਚ ਰਿਹਾ। ਖਾਸ ਕਰ ਜਿਹੜੀ ਸਾਡੀਆਂ ਮੈਰਿਜਿਸ ਮਤਲਬ ਕਿ ਇੱਥੇ ਹੋਈਆਂ ਨੇ ਗੂਰੇ ਗਰੇ ਦੀਆਂ, ਤਾਂ ਉਹਦੇ ਵਿੱਚ ਇਹ ਚੀਜ਼ ਗਾਊਨ ਦਾ ਟਰੈਂਡ ਦੱਸਿਆ। ਇਹ ਜੋ ਤੁਸੀਂ ਮੇਰੇ ਪਿੱਛੇ ਘੋੜਾ ਕਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਦੇਖੀ ਹੋਈ ਹੈ ਆਪਣੇ ਪਿੰਡਾਂ ਦੇ ਵਿੱਚ ਵੀ। ਪਰ ਇਹ ਜਿਹੜੀ ਇੱਥੇ ਰੱਖੀ ਹੋਈ ਆ ਇਹ 1800 ਸੈਂਚੁਰੀ ਦੇ ਵਿੱਚ ਬਣਾਈ ਗਈ ਸੀਗੀ, ਮੇਨਟੇਨ ਕਰਕੇ ਰੱਖੀ। ਤੁਸੀਂ ਸੋਚੋ ਮਤਲਬ 200-250 ਸਾਲ ਇਹਨੂੰ ਮੇਨਟੇਨ ਕਰਕੇ ਰੱਖਿਆ ਗਿਆ, ਯੂਜ਼ ਕਰਦੇ ਰਹੇ। ਇੱਥੋਂ ਤੱਕ ਕਿ 2011 ਤੱਕ ਵੀ ਇੱਕ ਫਿਊਨਰਲ ਕਾਰਟ ਹੈ, ਮਤਲਬ ਫਿਊਨਰਲ ਦੇ ਲਈ ਯੂਜ਼ ਕੀਤੀ ਜਾਂਦੀ ਸੀਗੀ ਬੋਡੀਜ਼ ਨੂੰ ਲੈ ਕੇ ਜਾਣ ਦੇ ਲਈ। ਅਤੇ ਟਰਡੀਸ਼ਨਲ ਜਿਹੜੇ ਮਤਲਬ ਚਾਹੁੰਦੇ ਸੀਗੇ ਆਪਣਾ ਫਿਊਨਰਲ, ਉਹਦੇ ਲਈ ਯੂਜ਼ ਹੁੰਦੀ ਰਹੀ 2011 ਤੱਕ। ਪਰ ਇੱਥੇ ਜੋ ਲਿਖਿਆ ਹੋਇਆ ਕਿ ਵੀ ਇਹ 2021 ਦੇ ਵਿੱਚ ਇਹ ਕਬੂਲਚਰ ਦੇ ਇਸ ਵਿਲੇਜ ਨੂੰ ਇਹ ਮਤਲਬ ਦੇ ਦਿੱਤੀ ਗਈ। ਤੁਹਾਨੂੰ ਕਦੇ ਵੀ ਕਿਸੇ ਵੀ ਮਤਲਬ ਕੋਈ ਕਬਰਿਸਤਾਨ ਜਾਂ ਕਦੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਨੂੰ ਰੈੱਡ ਪੋਪੀ ਸੀਡ ਫਲਾਵਰ ਦਿਖ ਰਿਹਾ ਕਿਸੇ ਫੋਟੋ ਦੇ ਅੱਗੇ, ਮਤਲਬ ਉਹ ਫੋਟੋ World War I ਦੇ ਰਿਲੇਟ ਹੀ ਹੈ, ਖਾਸ ਕਰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ। ਜਿਹੜਾ ਮੈਂ ਤੁਹਾਨੂੰ ਵਿਕਟੋਰੀਆ ਵਾਲਾ ਦਿਖਾਇਆ ਸੀਗਾ ਜਿਵੇਂ ਤਿਆਰ ਹੁੰਦੇ ਸੀ, ਬਹੁਤ ਲੰਬੇ ਲੰਬੇ ਗਾਊਨ ਹੁੰਦੇ ਸੀ, ਉਹ ਚੀਜ਼ ਇਹਦੇ ਵਿੱਚ ਇਹਨਾਂ ਨੇ ਇੱਕ ਮਿਊਜ਼ੀਅਮ ਦੇ ਵਿੱਚ ਬਣਾਇਆ ਹੋਇਆ। ਸੇਮ ਚੀਜ਼ ਇਹ ਜਿਹੜੀ ਮਸ਼ੀਨ ਤੁਸੀਂ ਇਹ ਵੀ ਇੱਥੇ, ਇਹ ਵੈਸੇ ਨਾ ਸਾਰਾ ਕੁਛ ਇੱਕ ਰੈਸਟੋਰੈਂਟ ਦੇ ਵਿੱਚ ਹੀ ਲਗਾਇਆ ਹੋਇਆ ਇਹਨਾਂ ਨੇ। ਇਹ ਮਸ਼ੀਨ ਹੈਗੀ ਹੈ ਇੱਟਾਂ ਬਣਾਉਣ ਵਾਲੀ। ਉਹਨਾਂ ਟਾਈਮਾਂ ਦੇ ਵਿੱਚ ਉੱਪਰੋਂ ਗਾਰਾ ਸੁੱਟ ਕੇ ਅਤੇ ਮਾਰ ਕੇ ਪੰਪ ਜਾਂ ਇੱਟਾਂ ਦੇ ਪੀਸ ਬਣਾ ਕੇ ਬਾਅਦ 'ਚ ਸੁਕਾ ਲਓ, ਉਹ ਮਤਲਬ ਕਿ ਮੈਨ ਪਾਵਰ ਘੱਟ ਕਰਨ ਲਈ। ਇਹਦੇ ਵਿੱਚ ਇਹਨਾਂ ਨੇ ਪੁਰਾਣੇ ਮੈਗਜ਼ੀਨਸ ਲਗਾਏ ਹੋਏ ਆ, ਪੁਰਾਣੀਆਂ ਫੋਟੋਆਂ ਲਾਈਆਂ ਹੋਈਆਂ, ਪੁਰਾਣੀਆਂ ਚੀਜ਼ਾਂ ਨੇ। ਸੇਮ ਡਾਇਨਿੰਗ ਟੇਬਲ ਪੁਰਾਣਾ ਆ, ਪੁਰਾਣੇ ਇੱਥੇ ਸਾਰੀਆਂ ਮੈਗਜ਼ੀਨਸ ਚੀਜ਼ਾਂ ਨੇ। ਇਹ ਉਸ ਦੌਰ ਦੇ ਵਿੱਚ ਜਿਹੜੇ ਸਾਡੇ ਥੈਲੇ ਯੂਜ਼ ਹੋਏ ਆ, ਹੁਣ ਉੱਦਾਂ ਦੇ ਥੈਲੇ ਬਣਾ ਕੇ ਇਹਨਾਂ ਨੇ ਵੇਚਣ ਲਈ ਲਾਏ ਹੋਏ ਨੇ $5-5, $10 ਦੇ। ਇਹ ਦੇਖੋ ਉਹਨਾਂ ਟਾਈਮਾਂ ਦੀਆਂ ਡੋਲਸ ਜਿਹੜੀਆਂ ਉਸ ਟਾਈਮ ਦੇ ਵਿੱਚ ਤੁਹਾਨੂੰ ਡੋਲਸ ਦੇਖਣ ਨੂੰ ਮਿਲਦੀਆਂ ਸੀਗੀਆਂ, ਉਹਨਾਂ ਦੇ ਅਟੈਚੀ ਛੋਟੇ ਬਰੀਫ, ਇਹ ਸਾਰੀਆਂ ਚੀਜ਼ਾਂ ਅੱਜ ਇਹ ਦੇਖਣ ਨੂੰ ਕੁਝ ਵੀ ਨਹੀਂ ਲੱਗਦੀਆਂ, ਐਂ ਲੱਗਦੀਆਂ ਕਿ ਵੀ ਕਿੱਡੀ ਨੋਰਮਲ ਦੀਆਂ ਚੀਜ਼ਾਂ ਨੇ। ਪਰ ਉਸ ਵਕਤ ਦੀ ਯਾਦ ਇਹ ਜਿਹੇ ਤੁਸੀਂ, ਜੇ ਮੈਂ ਇੱਧਰ ਦਿਖਾ ਰਿਹਾ ਤੁਹਾਨੂੰ ਟੇਬਲ ਦੇ ਉੱਤੇ ਪਈਆਂ ਹੋਈਆਂ, ਤੁਹਾਨੂੰ ਇਹ ਚੀਜ਼ ਜੇ ਮੈਂ ਤੁਹਾਨੂੰ ਦਿਖਾਵਾਂ ਨਾ ਇਹਨਾਂ ਨੂੰ ਕਲੋਜ਼ ਅਪ ਕਰਕੇ,
ਤੇ ਤੁਹਾਨੂੰ ਐ ਲੱਗਣਾ ਕਿ ਯਾਰ ਇਹ ਚੀਜ਼ਾਂ ਤਾਂ ਅਸੀਂ ਇੰਡੀਆ 'ਚ ਬਹੁਤ ਦੇਖੀਆਂ ਹੋਈਆਂ ਨੇ, ਪਰ ਇਹ ਇੰਡੀਆ 'ਚ ਚੱਲਦੀਆਂ ਰਹੀਆਂ। ਸਾਡੇ ਟੀਵੀਆਂ ਦੇ ਉੱਤੇ, ਟੇਬਲਾਂ ਦੇ ਉੱਤੇ ਇਹ ਸਭ ਕੁਛ ਚੀਜ਼ ਪਈ ਰਹੀ ਆ। ਚਾਹੇ ਚੀਜ਼ਾਂ ਜਿੰਨੇ ਵੀ ਕੱਪੜੇ ਨੇ, ਇਹ ਟਰੈਂਡ ਕਾਫੀ ਟਾਈਮ ਤੱਕ ਚੱਲਦਾ ਰਿਹਾ, ਹੁਣ ਜੇ ਹੀ ਹਟਿਆ ਇਹ ਫਿਲਹਾਲ ਦੀ ਘੜੀ। ਇਹ ਸੀਗਾ ਸਾਡਾ ਜਿਹੜਾ ਕੈਫੇ ਦਾ ਟੂਰ, ਜਿਹੜਾ ਤੁਹਾਨੂੰ ਮੈਂ ਛੋਟਾ ਜਿਹਾ ਦਿਖਾਇਆ। ਹੁਣ ਆਪਾਂ ਚੱਲਾਂਗੇ ਅੰਦਰ, ਜਿਹੜਾ ਵਿਲੇਜ ਹੈ। ਹੁਣ ਇਸ ਵਕਤ ਮੈਂ ਆਇਆ ਹੋਇਆ ਬਾਹਰ, ਅਤੇ ਕੋਸ਼ਿਸ਼ ਹੈਗੀ ਹੈ ਕਿ ਵੀ ਆਪਾਂ ਸਾਰੀ ਜਗ੍ਹਾਵਾਂ ਦੇ ਉੱਤੇ ਘੁੰਮ ਕੇ ਤੁਹਾਨੂੰ ਚੰਗੇ ਤਰੀਕੇ ਨਾਲ ਮੈਂ ਕਬੂਲਚਰ ਵਿਲੇਜ ਦਿਖਾਵਾਂ। ਪਰ ਜੋ ਮਜ਼ਾ, ਜੋ ਸ਼ਾਂਤੀ, ਜੋ ਮਤਲਬ ਕਹਿੰਦੇ ਇੱਥੇ ਦੀ ਫੀਲਿੰਗ ਹੈ ਪੁਰਾਣੇ ਵਿਲੇਜ ਦੀ, ਪੁਰਾਣੇ ਪਿੰਡ ਦੀ। ਪਰ ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਲਿੱਤੀ ਇੱਥੇ ਦੀ ਇੱਕ, ਇਹਦੇ ਵਿੱਚ ਹੈਗੀ ਆ ਬੱਚਿਆਂ ਵਾਲੀ ਟ੍ਰੇਨ, ਵੀ ਤੁਸੀਂ ਟ੍ਰੇਨ ਨਾਲ ਘੁੰਮ ਕੇ ਸਾਰਾ ਕੁਝ ਦੇਖ ਸਕਦੇ ਹੋ। ਜ਼ਰੂਰੀ ਨਹੀਂ ਕਿ ਬੱਚਿਆਂ ਵਾਲੀ ਹੈ, ਟਿਕਟ ਵੱਡਿਆਂ ਦੀ ਲੱਗਦੀ ਹੈ। ਜੇ ਤੁਹਾਡਾ ਬੱਚਾ 3 ਤੋਂ ਲੈ ਕੇ 4 ਸਾਲ ਤੱਕ ਦਾ ਆ, ਸ਼ਾਇਦ ਤੁਹਾਨੂੰ ਫ੍ਰੀ ਹੀ ਐਂਟਰੀ ਮਿਲ ਜਾਏਗੀ। ਇਹ ਨਹੀਂ ਪਤਾ, ਵੈਸੇ ਤਾਂ ਇਹ ਕਹਿ ਰਹੇ ਆ ਕਿ ਵੀ ਉਸ ਟਾਈਮ ਦੇ ਵਿੱਚ ਇਹ ਵਿਲੇਜ ਸੱਚੀ ਸੀਗਾ, ਪਰ ਜਿਸ ਹਿਸਾਬ ਨਾਲ ਜਿੰਨਾ ਛੋਟਾ ਜਿਹਾ ਮੈਨੂੰ ਦਿਖਾ ਰਹੇ ਆ, ਇਹ ਮੈਨੂੰ ਇੱਦਾਂ ਲੱਗਦਾ ਪਿਆ ਕਿ ਵੀ ਇਹ ਵਿਲੇਜ ਸ਼ਾਇਦ ਡੰਮੀ ਹੋਈ ਹੈ ਕੁਛ ਟਾਈਪ ਦਾ। ਲੋ ਵੀ ਇਹ ਹੁਣ ਆਪਾਂ ਆਏ ਸੀਗੇ, ਪਤਾ ਲੱਗਿਆ ਵੀ ਸ਼ਾਇਦ ਐਡੀ ਵੱਡੀ ਟ੍ਰੇਨ, ਮੈਨੂੰ ਵੀ ਥੋੜ੍ਹਾ ਜਿਹਾ ਫਰਕ ਲੱਗਿਆ ਸੀਗਾ ਵੀ ਐਡੀ ਵੱਡੀ ਟ੍ਰੇਨ ਨਹੀਂ ਹੋ ਸਕਦੀ। ਪਰ ਆਓ ਮੈਂ ਤੁਹਾਨੂੰ ਦਿਖਾਵਾਂ ਕਿਹੜੀ ਟ੍ਰੇਨ ਚੱਲਦੀ ਹੈ ਇੱਥੇ ਬੱਚਿਆਂ ਲਈ। ਉਹ ਜਾ ਰਹੀ ਹੈ ਸਾਹਮਣੇ, ਠੀਕ ਹੈ। ਅਤੇ ਇਹ ਇੱਥੋਂ ਵੀ ਨਿਕਲੇਗੀ ਟ੍ਰੇਨ। ਇਹ ਇੱਥੇ ਸੁਰੰਗ ਬਣਾਈ ਹੋਈ ਹੈ ਇੱਕ ਟ੍ਰੇਨ ਵਾਲੀ, ਅਤੇ ਇਹਨਾਂ ਨੇ ਛੋਟੀ ਜੀ ਇਹ ਟ੍ਰੇਨ ਇੱਥੋਂ ਵੀ ਨਿਕਲੇਗੀ ਜਦੋਂ ਉੱਧਰ ਦੀ ਆ ਰਹੀ ਹੈ ਇਹ। ਇੱਥੇ ਜਿੰਨੇ ਵੀ ਇਹ ਓਲਡ ਟਾਊਨਸ ਨੇ ਨਾ, ਸਾਰਿਆਂ ਦੇ ਵਿੱਚ ਇੱਦਾਂ ਦੇ ਇੰਜਣ ਹੁੰਦੇ ਨੇ। ਇੱਥੇ ਫੋਟੋਆਂ ਵੀ ਲਾਈਆਂ ਹੋਈਆਂ ਨੇ, ਭਾਵ ਭੂਫ ਵਾਲੇ ਇੰਜਣ। ਆਹ ਇੱਥੇ ਇਹਦਾ ਦਿਖਾਇਆ ਹੋਇਆ ਸਾਰਾ ਲੀਵਰ ਲੂਵਰ ਵਾਲਾ। ਇੱਥੇ ਇਹਨਾਂ ਨੇ ਟ੍ਰੇਨ ਦੇ ਮਾਡਲ ਲਗਾਏ ਹੋਏ ਆ, ਪੂਰਾ ਟ੍ਰੇਨ ਸਟੇਸ਼ਨ। ਅਤੇ ਇਹ ਤੁਹਾਨੂੰ ਦਿਖਾ ਰਿਹਾ ਹੈ ਪੁਰਾਣਾ ਇੱਥੇ ਇੱਕ ਵਿਲੇਜ ਦਾ ਬਣਾਇਆ ਹੋਇਆ ਇੱਕ ਪੂਰਾ ਬਹੁਤ ਵੱਡਾ ਇੱਕ ਟ੍ਰੇਨ ਦਾ ਪੂਰਾ ਡੰਮੀ ਕੇ ਪੂਰੀ ਸਿਟੀ ਦੇ ਵਿੱਚ ਟ੍ਰੇਨ ਵਾਲੀਆਂ ਲਾਈਨਸ ਕਿੱਦਾਂ ਫੈਲੀਆਂ ਹੋਈਆਂ ਨੇ, ਅਤੇ ਇੱਕ ਟ੍ਰੇਨ ਜਾ ਰਹੀ ਹੈ, ਦੂਜੀ ਆ ਰਹੀ ਹੈ, ਪਲੈਟਫਾਰਮ ਸਾਰਾ ਕੁਛ ਬਹੁਤ ਘੈਂਟ। ਪਿੱਛੇ ਜੇ ਸਿਡਨੀ ਦੇ ਵਿੱਚ ਇੱਕ ਬੰਦੇ ਨੇ ਘਰ ਖਰੀਦਿਆ ਸੀ, ਅਤੇ ਉਹਦੇ ਘਰ ਦੇ ਥੱਲੇ ਇੱਕ ਬੰਦੇ ਨੇ ਸ਼ੌਂਕ ਦੇ ਵਿੱਚ ਇਹ ਪੂਰਾ ਇੱਕ ਮਤਲਬ ਪੂਰੀ ਥੱਲੇ ਬੇਸਮੈਂਟ ਹੀ ਭਰੀ ਹੋਈ ਸੀ ਇਹਦੇ ਨਾਲ ਟ੍ਰੇਨਸ ਚਲਾ ਕੇ। ਅਤੇ ਜਿਹਨੇ ਘਰ ਖਰੀਦਿਆ ਸੀ ਉਹ ਵੀ ਅੱਗੇ ਟ੍ਰੇਨਸ ਦੇ ਵਿੱਚ ਕੰਮ ਕਰਦਾ ਸੀ, ਅਤੇ ਉਹਨੂੰ ਟ੍ਰੇਨਸ ਦਾ ਸ਼ੌਂਕ ਬਹੁਤ ਜ਼ਿਆਦਾ ਸੀ। ਅਤੇ ਜਦੋਂ ਉਹਨੂੰ ਮਿਲਿਆ, ਉਹਦੇ ਲਈ ਉਹ ਖਜ਼ਾਨੇ ਤੋਂ ਘੱਟ ਨਹੀਂ ਸੀਗਾ ਕਿ ਮੈਂ ਸ਼ੌਂਕ ਰੱਖਦਾ ਟ੍ਰੇਨਸ ਦਾ, ਅਤੇ ਉੱਪਰੋਂ ਫਿਰ ਇੱਦਾਂ ਦਾ ਸਾਰਾ ਹਿਸਾਬ ਤਾਂ ਉਹਨੂੰ ਥੱਲੇ ਮਿਲਿਆ। ਜਿਹੜਾ ਟਾਈਮ ਸੀਗਾ ਸਾਡਾ ਆਉਣ ਦਾ, ਆਪਾਂ ਟ੍ਰੇਨ ਦਾ ਟਾਈਮ ਮਿਸ ਕਰ ਗਏ ਸੀਗੇ। ਅਤੇ ਆਪਾਂ ਹੁਣ ਬੈਠੇ ਹਾਂ ਟ੍ਰੇਨ ਦੇ ਬਿਲਕੁਲ ਫਰੰਟ ਦੇ ਵਿੱਚ, ਅਤੇ ਹੁਣ ਆਪਾਂ ਟ੍ਰੇਨ ਹੈ ਪੂਰੀ ਦੌੜਾਣੀ, ਅਤੇ ਘੈਂਟ ਐਕਸਪੀਰੀਅੰਸ ਹੈ, ਮਜ਼ੇਦਾਰ ਹੈ। ਦੇਖਦੇ ਹਾਂ ਬੈਠ ਕੇ। ਹੈ ਤਾਂ ਵੈਸੇ ਇਹ ਬੱਚਿਆਂ ਵਾਲੀ ਹੈ, ਜੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਆ ਰਹੇ ਹੋ ਅਤੇ ਮਜ਼ੇ ਨੇ, ਬੱਚੇ ਮਤਲਬ ਇੰਜੋਏ ਕਰਦੇ ਆ ਜਿਹੜੇ 4-5 ਸਾਲ ਦੇ। ਅਤੇ ਵੈਸੇ ਵੀ ਜਿਹੜਾ ਵੀ ਆਵੇ ਇੰਜੋਏ ਤਾਂ ਸਾਰੇ ਕਰਦੇ ਆ। ਟ੍ਰੇਨ ਚੱਲ ਪਈ ਆ। ਇੱਕ ਰਾਊਂਡ ਹੋ ਗਿਆ ਕੰਪਲੀਟ। ਤੁਸੀਂ ਆਸ-ਪਾਸ ਦਾ ਮਾਹੌਲ ਦੇਖ ਲਿਆ ਕਿ ਕਿਵੇਂ ਦਾ ਵਧੀਆ ਹੈ। ਉਹ ਵੀ ਇਹ ਟ੍ਰੇਨ ਰਾਈਡ ਫਿਨਿਸ਼ ਹੋ ਗਈ ਆ। ਹੁਣ ਆਪਣੀ ਕੋਸ਼ਿਸ਼ ਰਹੇਗੀ ਕਿ ਵਿਲੇਜ ਦੇ ਵਿੱਚ ਆਪਾਂ ਹੋਰ ਜਗ੍ਹਾਵਾਂ ਦੇ ਉੱਤੇ ਘੁੰਮ ਸਕੀਏ, ਕਿਉਂਕਿ ਵੱਡਾ ਬਹੁਤ ਹੈ। ਆਪਾਂ ਕੋਸ਼ਿਸ਼ ਕਰਾਂਗੇ ਕਿ ਵੀ ਜਿੰਨਾ ਕੁ ਕਵਰ ਕਰ ਸਕਦੇ ਹੋਈ ਕਰੀਏ ਇਸ ਪ੍ਰੋਗਰਾਮ ਦੇ ਵਿੱਚ। ਤਾਂ ਆਓ ਜਲਦੀ ਚੱਲਦੇ ਹਾਂ, ਆਓ ਦੇਖਦੇ ਕੀ ਆ। ਵੈਸੇ ਤੁਹਾਨੂੰ ਦੱਸਾਂ, ਆਸਟ੍ਰੇਲੀਆ ਦੇ ਵਿੱਚ ਹੀ ਸੀਟ ਬੈਲਟ ਦਾ ਜਿਹੜਾ ਫਸਟ ਲਾਅ ਆ, ਉਹ ਸੀਟ ਬੈਲਟ ਵਾਲੇ ਲਾਅ, ਫੋਨ ਨੂੰ ਹੱਥ ਲਾਉਣ ਵਾਲੇ ਲਾਅ, ਪਾਣੀ ਨਾ ਪੀਣ ਵਾਲੇ ਲਾਅ, ਇਹੋ ਜਿਹੇ ਪੁੱਠੇ ਸਿੱਧੇ ਜਿੰਨੇ ਵੀ ਗੱਡੀ ਡਰਾਈਵ ਕਰਦੇ ਹੋਏ ਇਹੋ ਜਿਹੇ ਕਾਨੂੰਨ ਆਉਂਦੇ, ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਆਉਂਦੇ ਆ ਪੂਰੇ ਵਰਲਡ 'ਚੋਂ। ਉਸ ਤੋਂ ਬਾਅਦ ਵਰਲਡ ਉਹਨਾਂ ਨੂੰ ਇੰਪਲੀਮੈਂਟ ਕਰਦਾ ਰਹਿੰਦਾ। ਸੀਟ ਬੈਲਟ ਦਾ ਫਸਟ ਟਾਈਮ ਕੱਢਿਆ ਵੀ ਇਹਨਾਂ ਨੇ ਸੀਗਾ, ਬ੍ਰਿਸਬੇਨ ਵਾਲਿਆਂ ਨੇ। ਔਰ ਇਹੀ ਸੀਟ ਬੈਲਟ ਜਿਹੜੀ ਕ੍ਰੋਸ ਸੀਗੀ, ਉਸ ਤੋਂ ਪਹਿਲਾਂ ਬੜੀਆਂ ਸੀਟ ਬੈਲਟਾਂ ਲਾਈਆਂ ਗਈਆਂ। ਹੁਣ ਇਹਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਕਿ ਵੀ 1906 ਦੇ ਵਿੱਚ ਜਿਹੜੇ ਨੰਬਰ ਪਲੇਟ ਸੀਗੀਆਂ, ਉਹਨਾਂ ਨੇ ਰੱਖਿਆ ਕਿ ਇਹ ਨੰਬਰ ਪਲੇਟਸ ਜਿੱਦਾਂ ਸ਼ਹਿਰ ਦੇ ਨਾਮ ਤੋਂ, ਜਿੱਦਾਂ ਬ੍ਰਿਸਬੇਨ ਹੈ ਤਾਂ ਉਹਨਾਂ ਨੇ ਲਿਖਿਆ ਹੋਇਆ ਇੱਥੇ A1, ਠੀਕ ਹੈ। A1 ਜਿਹਦੀ ਗੱਡੀ ਦੇ ਉੱਤੇ ਸਟਾਰਟ ਹੋ ਗਿਆ, A1 ਆਪਣੀ ਨੰਬਰ ਦਾ ਪਾ ਲਓ ਕੁਛ ਵੀ, A1 1516 ਜਾਂ A1 ਕੁਛ ਵੀ ਲਿਖ ਲਓ। A1 ਤੋਂ ਬਾਅਦ A1 ਜਿਹਦਾ ਸਟਾਰਟਿੰਗ 'ਚ ਆ ਗਿਆ, ਮਤਲਬ ਉਹ ਬ੍ਰਿਸਬੇਨ ਦੀ ਕਾਰ ਹੈ। ਇਸੇ ਤਰੀਕੇ ਨਾਲ 1914 ਦੇ ਵਿੱਚ ਹੀ ਉਹਨਾਂ ਨੇ ਲਿਖਤਾ R1 ਰੈੱਡ ਕਲਿਫ ਵਾਲਿਆਂ ਨੇ, ਕਿ ਵੀ ਹੁਣ R1 ਜਿੱਥੇ ਲਿਖਿਆ ਹੋਇਆ ਉਹ ਰੈੱਡ ਕਲਿਫ ਦੀ ਕਾਰ ਹੈ। ਮਤਲਬ ਸਭ ਨੇ ਆਪਣੀ ਜਿੱਦਾਂ ਤੁਹਾਨੂੰ ਆਪਾਂ ਲੱਗਦਾ ਵੀ ਸਾਰਾ ਹੀ ਬ੍ਰਿਸਬੇਨ ਹੈ, ਸਾਰਾ ਬ੍ਰਿਸਬੇਨ ਨਹੀਂ ਹੁੰਦਾ। ਤੁਹਾਨੂੰ ਵੈਸੇ ਤਾਂ ਇੱਥੇ ਰਹਿਣ ਵਾਲਿਆਂ ਨੂੰ ਪਤਾ ਹੋਏਗਾ, ਇੱਥੇ ਛੋਟੇ ਛੋਟੇ ਸ਼ਹਿਰ ਆਪਸ ਦੇ ਵਿੱਚ ਸ਼ਹਿਰ ਨੇ, ਫਿਰ ਉਹ ਸ਼ਹਿਰਾਂ ਨੂੰ ਇਕੱਠਾ ਕਰਕੇ ਇੱਕ ਸ਼ਹਿਰ ਬਣਦਾ।
ਬਹੁਤ ਸਾਰੇ ਸ਼ਹਿਰਾਂ ਨੂੰ ਇਕੱਠਾ ਕਰਕੇ ਇੱਕ ਸਟੇਟ ਬਣਦੀ ਹੈ, ਸਟੇਟ ਡਿਫਰੈਂਟ ਆਪਰੇਟ ਕਰਦੀ ਹੈ, ਸ਼ਹਿਰ ਡਿਫਰੈਂਟ ਆਪਰੇਟ ਕਰਦੇ ਆ। ਇਸੇ ਤਰੀਕੇ ਨਾਲ ਇਹਨਾਂ ਨੇ ਇਹ ਇਤਿਹਾਸ ਦੱਸਿਆ ਹੋਇਆ ਕਿ ਵੀ ਇਹ ਪਹਿਲਾਂ ਆਪਣੀ ਮਰਜ਼ੀ ਨਾਲ ਹੋਰ ਜਿਹੜੀਆਂ ਨੰਬਰ ਪਲੇਟਾਂ ਬਣਦੀਆਂ ਸੀਗੀਆਂ ਉਹ ਕੋਈ ਵੀ ਟਰਾਂਸਪੋਰਟ ਡਿਪਾਰਟਮੈਂਟ ਵਗੈਰਾ ਨਹੀਂ ਬਣਾਉਂਦਾ ਸੀ। ਤੁਸੀਂ ਕਿਸੇ ਵੀ ਮਕੈਨਿਕ ਤੋਂ ਜਾ ਕੇ ਆਪਣੀ ਨੰਬਰ ਪਲੇਟ ਬਣਵਾ ਸਕਦੇ ਸੀ ਆਪਣੀ ਮਰਜ਼ੀ ਦੀ। ਆਹ ਦੇਖੋ, ਇਹ ਆਪਾਂ ਏਰੀਆ ਸਾਰਾ ਕਵਰ ਕਰ ਲਿਆ, ਜਿਮ ਵਾਲਾ ਕਲੱਬ ਤੇ ਨਾਲ ਪਲੱਸ ਟ੍ਰੇਨਸ ਵਾਲਾ ਜਿੰਨਾ ਵੀ ਏਰੀਆ ਸੀ। ਹੁਣ ਆਪਾਂ ਚੱਲਾਂਗੇ ਇਹ ਸਾਰੇ ਇੱਕ ਇੱਕ ਘਰ ਕਰਦੇ ਹੋਏ। ਇਹ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਡੈਰੀ ਮਿਊਜ਼ੀਅਮ। ਇੱਥੇ ਦੀ ਡੈਰੀ ਦੇ ਵਿੱਚ ਕਿੱਦਾਂ ਦੀਆਂ ਚੀਜ਼ਾਂ ਯੂਜ਼ ਹੁੰਦੀਆਂ ਸੀ। ਇੱਥੇ ਬਣਾਈ ਹੋਈ ਇਹਨਾਂ ਨੇ ਗਾਵਾਂ ਵਾਲਾ ਸਾਰੀ ਇਹ ਡੈਰੀ ਫਾਰਮ ਦਾ ਦੱਸਿਆ ਹੋਇਆ ਵੀ ਜਿਹੜੇ ਪੁਰਾਣੇ ਯੂਜ਼ ਕਰਦੇ ਸੀਗੇ ਸਾਰੀਆਂ ਚੀਜ਼ਾਂ। ਠੀਕ ਹੈ, ਆਹ ਮਤਲਬ ਮੈਨੂੰ ਲੱਗਦਾ ਵੈਸੇ ਤਾਂ ਆਹ ਚੀਜ਼ਾਂ ਮੈਂ ਉੱਥੇ ਜਿੰਨਾ ਟਾਈਮ ਕੰਮ ਕੀਤਾ ਮੈਂ ਖੁਦ ਡੈਰੀ ਦੇ ਵਿੱਚ ਕੰਮ ਕਰਕੇ ਆਇਆ ਹੋਇਆ ਆ, ਤਾਂ ਚਾਹੇ ਮੱਖਣ ਘਿਓ ਕੱਢਣਾ ਵੱਡੀ ਉਹਦੇ ਵਿੱਚ, ਤਾਂ ਇਹ ਚੀਜ਼ਾਂ ਹੁਣ ਵੀ ਆਪਣੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਇਸਤੇਮਾਲ ਹੁੰਦੀਆਂ ਨੇ। ਵੀ ਭੱਠੀ ਦੇ ਵਿੱਚ ਪਾ ਕੇ ਆਪਾਂ ਪੁਰਾਣੇ ਟਾਈਮਾਂ 'ਚ ਦੇਖਿਆ ਹੋਵੇਗਾ ਵੀ ਜਿੰਨੀਆਂ ਵੀ ਲੋਹੇ ਦੀਆਂ ਚੀਜ਼ਾਂ ਬਣਦੀਆਂ ਨੇ ਉਹ ਇਹ ਬਣਾਉਂਦਾ ਸੀ ਬਲੈਕ ਸਮਿਥ। ਇਹਦਾ 19th ਸੈਂਚੁਰੀ 1900 ਦੇ ਸਟਾਰਟਿੰਗ ਦੇ ਆਸ-ਪਾਸ ਇਹਦੀ ਇਹ ਪ੍ਰੋਪਰ ਸ਼ਾਪ ਸੀ। ਉਹਦਾ ਕੰਮ ਕਾਫੀ ਜ਼ਿਆਦਾ ਵੱਧ ਗਿਆ, ਫਿਰ ਉਹ ਛੱਡ ਕੇ ਚਲਾ ਗਿਆ, ਫਿਰ ਕਿਸੇ ਹੋਰ ਜਗ੍ਹਾ ਚਲਾ ਗਿਆ। ਅਤੇ ਸਰਕਾਰ ਨੇ ਜਿੱਦਾਂ ਹੁਣ ਇਹਨੂੰ ਕਿਉਂਕਿ ਪ੍ਰਜ਼ਰਵ ਕਰਨਾ ਸੀਗਾ ਇਸ ਟਾਊਨ ਨੂੰ, ਤਾਂ ਉਹਨਾਂ ਨੂੰ ਵੀ ਪੈਸੇ ਪੂਸੇ ਦੇ ਦਿੱਤੇ ਵੀ ਜੋ ਵੀ ਉਹਦੇ ਬਣਦੇ ਸੀ। ਸੋ ਆਓ ਅੱਗੇ ਚੱਲਦੇ ਹਾਂ ਇਹ ਤੋਂ ਬਾਅਦ ਕਿਵੇਂ ਆ। ਹੁਣ ਇਸ ਤੋਂ ਬੈਸਟ ਇਹ ਚੀਜ਼ ਮਿਲ ਸਕਦੀ ਹੈ ਕਿ ਜੇ ਤੁਸੀਂ ਆਏ ਹੋ, ਤੁਹਾਨੂੰ ਟ੍ਰੇਨ, ਜਹਾਜ਼, ਪਾਣੀ ਦੇ ਜਹਾਜ਼, ਇਹਨਾਂ ਨੇ ਸਾਰੇ ਉਸ ਵਕਤ ਦੇ ਜਿਹੜੇ ਪੁਰਾਣੇ ਜਹਾਜ਼ ਆ ਨਾ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੱਸੀ ਹੋਈ ਹੈ ਇਹਦੇ ਵਿੱਚ ਕਿ ਕਿੰਨੇ ਪੁਰਾਣਾ ਸੀ, ਕਿੰਨੇ ਫੁੱਟ ਦਾ ਸੀ, ਕਿੰਨਾ ਵੇਟ ਸੀ, ਕਿੰਨੇ ਲੋਕ ਸੀ। ਤੁਸੀਂ ਕਦੇ ਪੁਰਾਣੀ ਕਿਤੇ ਮੂਵੀ ਦੇਖੀ ਹੋਵੇ ਨਾ, ਉਹਦੇ ਵਿੱਚ ਇਹ ਚੀਜ਼ ਹੁੰਦੀ, ਆਵਾਜ਼ ਤੁਹਾਨੂੰ ਆਵਾਜ਼ ਸੁਣੇਗੀ, ਦੇਖੀ ਵੀ ਇਹੋ ਜਿਹੀਆਂ ਉਹ ਚੀਜ਼ਾਂ ਜਿਹੀਆਂ ਕਰਦੀਆਂ ਮੈਂ ਦੇਖੀਆਂ ਨੇ। ਵੀ ਇਹਦੇ ਵਿੱਚ ਵੀ ਇਹਨਾਂ ਨੇ ਜਹਾਜ਼ਾਂ ਦੇ ਬਾਰੇ ਦੱਸਿਆ ਹੋਇਆ ਸਾਰਾ ਕੁਛ ਕਿ ਤੁਸੀਂ ਇਹਦੇ ਵਿੱਚ, ਮੈਨੂੰ ਲੱਗਦਾ ਜੇ ਇੱਥੇ ਕੋਈ ਬੰਦਾ ਹੁੰਦਾ ਆਪਾਂ ਨੂੰ ਬਿਠਾ ਕੇ ਅੰਦਰ ਪੂਰਾ ਪੁਰਾਣਾ ਇਹ ਹੈ ਇਹ ਫਾਈਟਰ ਕਿਹੜਾ ਇਹ ਜਨਰਲ ਡਾਇਨਾਮਿਕਸ F-11 ਅਤੇ ਇਹਦੇ ਪ੍ਰੋਪਰ ਰੱਖਿਆ ਹੋਇਆ ਇਹਨਾਂ ਨੇ ਫਰੰਟ। ਅਤੇ ਉਹੀ ਸਾਰੀਆਂ ਚੀਜ਼ਾਂ ਇੱਥੇ ਗੇਮ ਵਗੈਰਾ ਸਾਰਾ ਸਾਊਂਡ ਵਗੈਰਾ ਇਫੈਕਟ, ਮਤਲਬ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਚੱਲਦੀਆਂ ਨਜ਼ਰ ਆਉਣਗੀਆਂ, ਪਰ ਅੱਜ ਇਹ ਚਲਾਈਆਂ ਨਹੀਂ ਹੋਈਆਂ। ਇਹ ਇੱਥੇ ਹੈਗਾ ਸਾਰਾ ਕੁਛ ਇਹਨਾਂ ਦੀ ਪੁਰਾਣੀ World War I ਦੇ ਮਿਊਜ਼ੀਅਮ ਦੀ। World War I ਦੇ ਵਿੱਚ ਬਹੁਤ ਸਾਰੇ ਆਸਟ੍ਰੇਲੀਅਨ, ਨਿਊਜ਼ੀਲੈਂਡ ਦੇ ਫੌਜੀ ਮਾਰੇ ਗਏ ਸੀਗੇ, ਅਤੇ ਇਹ ਉਹਨਾਂ ਦੀਆਂ ਯਾਦਾਂ ਹੀ ਨੇ, ਯੂਨੀਫਾਰਮਸ ਨੇ। ਉਸ ਤੋਂ ਬਾਅਦ ਉਹਨਾਂ ਦੀਆਂ ਫੋਟੋਜ਼ ਨੇ, ਛੋਟੀਆਂ ਛੋਟੀਆਂ ਫੋਟੋਜ਼ ਨੇ ਜੋ ਉਸ ਟਾਈਮ ਦੇ ਵਿੱਚ ਯੂਜ਼ ਹੋਈਆਂ। ਬੱਚਿਆਂ ਦੀਆਂ ਫੋਟੋਜ਼, ਜਿਹੜੇ ਆਹ ਇੱਕ ਲੇਡੀ ਦੀ ਆ, ਮੈਨੂੰ ਲੱਗਿਆ ਬੱਚਿਆਂ ਦੀ ਆ, ਪਰ ਉਹਨਾਂ ਨੇ ਉਹਦਾ ਸਾਰਾ ਕੁਛ ਦੱਸਿਆ ਹੋਇਆ। ਆਸਟ੍ਰੇਲੀਅਨ ਵੂਮੈਨ ਆਰਮੀ ਸਰਵਿਸ ਦੇ ਵਿੱਚ 1942 ਤੋਂ ਲੈ ਕੇ 46 ਤੱਕ ਇਹਨੇ ਫਾਈਟ ਕੀਤੀ ਲੇਡੀ ਨੇ, ਪਰ ਅਨਫੋਰਚੂਨੇਟਲੀ ਉਸ ਦੇ ਵਿੱਚ ਉਹਦੀ ਡੈਥ ਹੋ ਗਈ। ਇਹ ਵਿਕਟੋਰੀਆ ਦੀ ਤੁਹਾਨੂੰ ਪਤਾ ਹੀ ਹੈ। ਵੈਸੇ ਇਹਦਾ World War I ਦੇ ਵਿੱਚ ਇੰਨਾ ਹੱਥ ਤਾਂ ਚਲੋ ਇਹਦੇ ਜਵਾਕਾਂ ਦਾ ਵਾਲੇ ਹੱਥ ਨੇ ਸਾਰੇ ਪਾਸੇ। ਸੋ ਇਹ ਯੂਨੀਫਾਰਮਸ ਨੇ। ਇਹ ਦੇਖੋ, ਕਹਿਣ ਲਈ ਇਹ ਚੀਜ਼ਾਂ ਨਾ ਮੈਂ ਬਹੁਤ ਦੇਖੀਆਂ ਨੇ, ਮਤਲਬ ਮੈਂ ਬਹੁਤ ਜ਼ਿਆਦਾ ਆਲਰੇਡੀ ਇਹ World War I ਦੀਆਂ ਚੀਜ਼ਾਂ ਬਹੁਤ ਜ਼ਿਆਦਾ ਦੇਖੀਆਂ ਨੇ, ਪੜ੍ਹਿਆ ਬਹੁਤ ਆ। ਮੇਰੇ ਲਈ ਇਹ ਚੀਜ਼ਾਂ ਸ਼ਾਇਦ ਨੋਰਮਲ ਜਿਹੀਆਂ ਹੋਣਗੀਆਂ ਕਿਉਂਕਿ ਮੈਂ ਤੁਹਾਨੂੰ ਦਿਖਾ ਰਿਹਾ ਹਾਂ, ਪਰ ਬੱਚਿਆਂ ਲਈ ਸਮਟਾਈਮ ਨਹੀਂ ਨੋਰਮਲ ਹੁੰਦੀਆਂ। ਬੱਚਿਆਂ ਨੂੰ ਦੱਸਣ ਦੇ ਲਈ, ਉਹਨਾਂ ਨੂੰ ਹਿਸਟਰੀ ਸਿਖਾਉਣ ਦੇ ਲਈ ਇਸ ਤੋਂ ਬੈਸਟ ਪਲੇਸ ਨਹੀਂ ਹੋ ਸਕਦੀ। ਹੁਣ ਮੈਂ ਤੁਹਾਨੂੰ ਛੋਟੀ ਜਿਹੀ ਕੋਈ ਵੀ, ਤੁਸੀਂ ਮੈਨੂੰ ਇੱਥੇ ਰੈਂਡਮਲੀ ਕੋਈ ਚੀਜ਼ ਪੁੱਛ ਲਓ, ਮੈਂ ਤੁਹਾਨੂੰ ਉਹ ਰੈਂਡਮ ਜਿਹੀ ਚੀਜ਼ ਬਾਰੇ ਮੈਂ ਤੁਹਾਨੂੰ ਇਤਿਹਾਸ ਦੱਸਣ ਲੱਗ ਜੂੰਗਾ ਵੀ ਇਹ ਟੋਪੀ ਦੇ ਉੱਤੇ ਖੰਭ ਕਿਉਂ ਲਾਏ ਗਏ ਆ। ਤੁਸੀਂ ਉਹਦੇ ਉੱਤੇ ਹੀ ਇੰਟਰਸਟਿੰਗ ਵੀਡੀਓ ਬਣ ਸਕਦੀ ਆ। ਪਰ ਇਹ ਚੀਜ਼ਾਂ ਦੇਖ ਕੇ ਪਤਾ ਲੱਗਦਾ ਕਿ ਉਦੋਂ ਲੋਕਾਂ ਦੀ ਡਿਮਾਂਡ ਕੀ ਸੀ। ਸਿਰਫ ਇੱਕ ਸੌਣ ਲਈ ਬੈੱਡ ਹੋਵੇ ਅਤੇ ਇੱਕ ਖਾਣ ਲਈ ਕਿਚਨ, ਜਾਂ ਮਤਲਬ ਜਗ੍ਹਾ ਬਣਾਉਣ, ਖਾਣਾ ਬਣਾਉਣ ਦੇ ਲਈ ਇੱਕ ਕਿਚਨ, ਅਤੇ ਬੈਠਣ ਲਈ ਡਾਈਨਿੰਗ ਟੇਬਲ, ਦੈਟਸ ਇਟ।
ਹੋਰ ਕੋਈ ਡਿਮਾਂਡ ਨਹੀਂ ਹੈ ਇੱਥੇ। ਮਤਲਬ ਇੱਕ ਬਾਹਰ ਉਹਨਾਂ ਨੇ ਥੋੜ੍ਹਾ ਜਿਹਾ ਬੈਠਣ ਲਈ ਏਰੀਆ ਰੱਖਿਆ ਹੋਇਆ ਆ ਪਿੰਡ ਦੇ ਵਿੱਚ। ਮਤਲਬ ਆਪਾਂ ਹੁਣ ਅੱਜ ਅਸੀਂ ਸੋਚਦੇ ਹਾਂ ਵੀ 3 ਰੂਮ ਤਾਂ ਚਾਹੀਦੇ ਹੀ ਚਾਹੀਦੇ ਨੇ, ਵੀ ਇੱਕ ਗੈਸਟ ਦੇ ਲਈ ਵੀ ਚਾਹੀਦਾ, ਇੱਕ ਆਪਦੇ ਸੌਣ ਲਈ ਚਾਹੀਦਾ, ਕੱਲ੍ਹ ਨੂੰ ਇੱਕ ਜਵਾਕ ਹੋ ਜਾਵੇ ਫਿਰ ਇੱਕ ਲਿਵਿੰਗ ਏਰੀਆ ਚਾਹੀਦਾ। ਆਪਾਂ ਹੁਣ ਅੱਜ ਕਿੰਨੀਆਂ ਚੀਜ਼ਾਂ ਆਪਾਂ ਕ੍ਰੀਏਟ ਕਰਦੀਆਂ ਨੇ ਇੱਕ ਘਰ ਦੇ ਵਿੱਚ, ਲਿਵਿੰਗ ਰੂਮ, ਡਾਈਨਿੰਗ ਰੂਮ, ਗੈਸਟ ਰੂਮ, ਫਿਰ ਪਾਊਡਰ ਰੂਮ, ਮਤਲਬ ਕੀ ਚੀਜ਼ਾਂ ਆ ਗਈਆਂ ਨੇ। ਅਤੇ ਅੱਜ ਜਿੰਨੇ ਲੋਕਾਂ ਦੇ ਪਾਊਡਰ ਰੂਮ ਹੁੰਦੇ ਨੇ ਉੱਡੇ ਤਾਂ ਇਹਨਾਂ ਦੀ ਰਸੋਈ ਅਤੇ ਪਲੱਸ ਸਾਰਾ ਬੈੱਡਰੂਮ ਵੀ ਆ ਰਿਹਾ ਆ। ਜਦੋਂ ਤੁਸੀਂ ਦੇਖਿਆ ਹੋਵੇਗਾ ਕਦੇ ਟਰੱਕ ਵੱਡੇ ਜਾਂਦੇ ਆ, ਪੂਰੇ ਦਾ ਪੂਰਾ ਘਰ ਚੱਕ ਕੇ ਲੈ ਕੇ ਆਉਂਦੇ ਨੇ। ਇਹ ਵੀ ਕਿਤੋਂ ਚੱਕ ਕੇ ਇਹਨਾਂ ਨੇ ਲਿਆ ਕੇ ਇਸ ਵਿਲੇਜ ਦੇ ਵਿੱਚ ਰੱਖਿਆ, ਕਿਸੇ ਨੇ ਡੋਨੇਟ ਕੀਤਾ। ਮੈਂ ਜਿਹੜੀਆਂ ਤੁਹਾਨੂੰ ਫੋਟੋਆਂ ਦਿਖਾ ਵੀ ਰਿਹਾ, ਇਹ ਫੋਟੋ ਜਿਹੜੀ ਇੱਥੇ ਲੱਗੀਆਂ ਹੋਈਆਂ ਨੇ ਇਸੇ ਲੇਡੀ ਦਾ ਸੀਗਾ। ਇਹ ਹਸਬੈਂਡ ਵਾਈਫ ਨੇ ਦੋਨੋਂ ਜਣੇ, ਉਹ ਇਸੇ ਜਗ੍ਹਾ ਦੇ ਇਸ ਕੋਟੇਜ ਦੇ ਵਿੱਚ ਰਹਿੰਦੇ ਸੀ। ਸੋ ਇਹ ਹੈ ਨਵਾਂ ਕੋਟੇਜ। ਕੱਪ ਪਲੇਟਾਂ ਤੁਸੀਂ ਦੇਖਦੇ ਹੋ ਮੇਰੇ ਪਿੱਛੇ ਚਾਈਨਾ ਸ਼ਾਪ ਹੈ। ਮਤਲਬ ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੀ ਕੱਪ ਪਲੇਟ ਮਿਲ ਜਾਣੀ ਹੈ। ਇਹ ਮੈਂ ਤਾਂ ਵੀ ਤੁਹਾਨੂੰ ਦੱਸ ਰਿਹਾ ਹਾਂ ਕਿ ਵੀ ਇਹ ਸਾਰੀਆਂ ਚੀਜ਼ਾਂ, ਬੈੱਡਰੂਮ, ਕੱਪ ਪਲੇਟਾਂ, ਬੈੱਡ, ਦੇਖੋ ਮੈਂ ਖੁਦ ਫਿਲਮ ਮੇਕਿੰਗ ਦੇ ਵਿੱਚ ਮੈਨੂੰ ਮਤਲਬ ਪਸੰਦ ਨੇ ਚੀਜ਼ਾਂ ਕਿ ਵੀ, ਔਰ ਤੁਹਾਨੂੰ ਇੱਦਾਂ ਦੀ ਰੈਫਰੈਂਸ ਕਦੇ ਵੀ ਚਾਹੀਦੀ ਹੋਵੇ ਕਿ ਵੀ ਤੁਹਾਨੂੰ ਪੁਰਾਣੇ ਟਾਈਮਾਂ ਦੇ ਵਿੱਚ ਕੱਪ ਕਿੱਦਾਂ ਦੇ ਹੁੰਦੇ ਸੀ, ਘਰ ਬਣਾਉਣ ਲੱਗੇ ਹੋ, ਤੁਹਾਨੂੰ ਲੱਗਦਾ ਕਿ ਮੈਂ 19th ਸੈਂਚੁਰੀ ਦੇ ਆਹ ਚੀਜ਼ ਨੂੰ ਮੈਂ ਮਤਲਬ ਤੁਸੀਂ ਰੈਫਰੈਂਸਿਸ ਕਦੇ ਵੀ ਲੈਣੀਆਂ ਹੋਣ ਤਾਂ ਇਸ ਤੋਂ ਬੈਸਟ ਪਲੇਸ ਕਦੇ ਨਹੀਂ ਹੋ ਸਕਦੀ, ਚਾਹੇ ਉਹ ਕੱਪੜੇ ਦੇ ਮਾਮਲੇ ਹੋਣ, ਚਾਹੇ ਕੱਪ ਪਲੇਟਾਂ, ਚਾਹੇ ਘਰ। ਮਤਲਬ ਤੁਸੀਂ ਇੱਥੋਂ ਬਹੁਤ ਸਾਰੀ ਇੰਸਪੀਰੇਸ਼ਨਸ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਆਪਣੇ ਘਰ ਦੇ ਵਿੱਚ ਪੁਰਾਣਾ ਟਾਈਮ, ਮਤਲਬ ਕਈਆਂ ਨੂੰ ਪਸੰਦ ਹੁੰਦਾ ਹਿਸਟੋਰੀਕਲ ਚੀਜ਼ਾਂ ਨੂੰ ਯੂਜ਼ ਕਰਨਾ। ਸੋ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ। ਮੇਰੇ ਪਿੱਛੇ ਹੈਗਾ ਟਾਈਪਰਾਈਟਰ, ਜਿੰਨੇ ਵੀ ਟੈਲੀਫੋਨ, ਕਿਸੇ ਪੁਰਾਣੇ ਟਾਈਮਾਂ ਦੇ ਵਿੱਚ ਉਹ ਜਿਹੜੇ ਹੁੰਦੇ ਸੀਗੇ ਟਿਕ ਕਰਕੇ ਭੇਜਦੇ ਹੁੰਦੇ ਸੀ, ਡਾਟ ਪਾ ਕੇ ਹੁੰਦੇ ਸੀਗੇ ਮੈਸੇਜ ਭੇਜਣਾ। ਹਰ ਇੱਕ ਚੀਜ਼, ਪੁਰਾਣਾ TV, ਪੁਰਾਣਾ ਟਾਈਪਰਾਈਟਰ, ਕੰਪਿਊਟਰ, ਕੀ ਚੀਜ਼ ਤੁਹਾਨੂੰ ਚਾਹੀਦੀ ਹੈ ਸਭ ਕੁਝ ਅਵੇਲੇਬਲ ਹੈ। ਹੁਣ ਮੈਂ ਜਿੱਥੇ ਖੜ੍ਹਾ, ਜਿਹੜੇ ਆਪਾਂ ਸਾਰੇ ਜਿਸ ਤੋਂ ਡਰਦੇ ਹਾਂ ਉਹ ਹੈ ਪੁਲਿਸ ਸਟੇਸ਼ਨ, ਪੁਰਾਣਾ ਪੁਲਿਸ ਸਟੇਸ਼ਨ। ਤੁਸੀਂ ਦੇਖ ਲਓ ਮਤਲਬ ਕਿ ਚੀਜ਼ਾਂ ਜਿੰਨੀਆਂ ਵੀ ਨੇ ਇਹ ਪੁਲਿਸ ਦੀਆਂ ਨੇ। ਜਿਸ ਹਿਸਾਬ ਨਾਲ ਪੁਲਿਸ ਨੇ ਤਰੱਕੀ ਕੀਤੀ, ਚੀਜ਼ਾਂ ਚੇਂਜ ਕੀਤੀਆਂ, ਸਭ ਕੁਛ ਇੱਥੇ ਬੈਚ ਤੋਂ ਲੈ ਕੇ ਮਾਸਕ ਕਿਹੜੇ ਯੂਜ਼ ਕਰਦੇ ਰਹੇ, ਹੈਲਮਟ, ਲੌਕ, ਵੱਡੇ ਹੱਥਕੜੀਆਂ, ਪਰਸ, ਬੈਗ, ਹਰ ਇੱਕ ਚੀਜ਼। ਇਸ ਵਕਤ ਆ ਦੇਖੋ ਹੁਣ ਇਹ ਪ੍ਰਿਜ਼ਨ ਵਾਲਾ, ਜਿਹੜੇ ਪ੍ਰਿਜ਼ਨ ਪਹਿਲੇ ਟਾਈਮਾਂ ਦੇ ਵਿੱਚ ਯੂਜ਼ ਕਰਦੇ ਰਹੇ ਆ, ਛੋਟੇ ਛੋਟੇ ਕਮਰੇ। ਵੈਸੇ ਤਾਂ ਇੱਕ ਮੈਂ ਵਲੌਗ ਪਾਇਆ ਹੋਇਆ ਪਰਥ ਪ੍ਰਿਜ਼ਨ ਦੇ ਉੱਤੇ ਹੈ, ਜਿਹੜੀ ਸਭ ਤੋਂ ਵੱਡੀ ਪ੍ਰਿਜ਼ਨ ਰਹੀ ਹੈ ਆਸਟ੍ਰੇਲੀਆ ਦੀ। ਉਹਦੇ ਵਿੱਚ ਆਹ ਪ੍ਰਿਜ਼ਨ ਇਹਨਾਂ ਨੂੰ ਇਹ ਡੋਨੇਟ ਕੀਤੀ ਹੋਈ ਆ। ਇਹ ਪ੍ਰਿਜ਼ਨ ਦੇ ਵਿੱਚ ਆ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਨਾ, ਜਿੰਨੇ ਵੀ ਹੋਏ ਆ ਇੱਥੇ ਮਤਲਬ ਕਿ ਰੱਖੇ ਗਏ ਆ, ਇਹ ਸਾਰੇ ਇਸ ਪ੍ਰਿਜ਼ਨ ਦੇ ਵਿੱਚ ਰਹਿ ਕੇ ਗਏ ਹੋਏ ਆ। 1967 ਦੇ ਵਿੱਚ ਲਾਸਟ ਪ੍ਰਿਜ਼ਨਰ ਨੂੰ ਇੱਥੇ ਫਾਂਸੀ ਦਿੱਤੀ ਗਈ। ਉਸ ਤੋਂ ਬਾਅਦ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ। ਪ੍ਰਿਜ਼ਨਰ ਨਾਲ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਹੁਤ ਬੁਰੀ ਕੀਤੀ ਜਾਂਦੀ ਸੀ, ਬਹੁਤ ਜ਼ਿਆਦਾ ਬੁਰੀ ਕਰਦੇ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਲੋਕ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀਗੇ, ਪਰ ਉਹਨਾਂ ਤੋਂ ਸੁਸਾਈਡ ਵੀ ਨਹੀਂ ਕਰਨ ਦਿੰਦੇ। ਅੱਛਾ, ਮਤਲਬ ਇਹ ਜਿਹੜਾ ਸਟੋਨ ਹੈ ਨਾ, ਇਹ ਸਟੋਨ ਪੁਰਾਣਾ ਆ। ਮਤਲਬ ਇਹ ਸਟੋਨ ਜਿਹੜੇ ਮੋਰਗ ਦੇ ਬਾਹਰ ਲੱਗੇ ਹੁੰਦੇ ਨਾ, ਇਹ ਉਹ ਸਟੋਨ ਹੈ ਕਿ ਜਦੋਂ ਤੁਸੀਂ ਬੋਡੀ ਨੂੰ ਰੱਖ ਰਹੇ ਹੋ, ਉਹਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਕੀ ਕਰ ਸਕਦੇ ਹੋ, ਕੀ ਨਹੀਂ ਕਰ ਸਕਦੇ ਹੋ, ਕੀ ਚੀਜ਼ ਸਾਡੀ ਹੋਏਗੀ, ਕੀ ਚੀਜ਼ ਬੰਦੇ ਦੀ ਹੋਏਗੀ, ਅਤੇ ਇਹਦੇ ਵਿੱਚ ਅਸੀਂ ਸਟੋਨ ਲਾਉਣ ਤੋਂ ਪਹਿਲਾਂ ਕੀ ਹੋਊਗਾ, ਹੈ ਨਾ। ਮਤਲਬ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਹੋਈਆਂ। ਕਬੂਲਚਰ ਸਿਮੈਟਰੀਜ਼, ਰੂਲਸ ਐਂਡ ਰੈਗੂਲੇਸ਼ਨਸ ਦੱਸੇ ਹੋਏ ਨੇ। ਸੋ ਇਹ ਸਟੋਨ ਉੱਥੋਂ ਦਾ ਹੀ ਇਹਨਾਂ ਨੇ ਲੈ ਕੇ ਆਏ ਹੋਏ ਨੇ, ਜਿਹੜੇ ਪੁਰਾਣੇ ਟਾਈਮਾਂ 'ਚ ਹੁੰਦੇ ਸੀਗੇ। ਹੁਣ ਤਾਂ ਬਹੁਤ ਚੀਜ਼ਾਂ ਫੋਨਾਂ 'ਤੇ ਹੀ ਆ ਜਾਂਦੀਆਂ ਨੇ, ਰੂਲਸ ਰੈਗੂਲੇਸ਼ਨਸ। ਸੋ ਇਹ ਵੀ ਹੈ। ਆਓ ਮੈਂ ਤੁਹਾਨੂੰ ਇੱਕ ਇੱਧਰ ਲੈ ਕੇ ਜਾਂਦਾ। ਇੱਥੇ ਆਹ ਦੇਖੋ, ਇਹਦੀ ਸਾਈਡ ਦੇ ਵਿੱਚ ਹੈਗੀ ਆ ਬਾਰਬਰ ਸ਼ਾਪ, ਜਿਹੜੀ ਪੁਰਾਣੇ ਟਾਈਮ ਦੀ। ਅਤੇ ਇੱਧਰ ਜੇ ਮੈਂ ਜਾਵਾਂ
ਤੇ ਇੱਧਰ ਹੈਗੀ ਇਹਨਾਂ ਨੇ ਦਿਖਾਈ ਆ ਜਿਹੜੀ ਹੁੰਦੀ ਆਪਣੀ ਕਰਿਆਨੇ ਦੀ ਦੁਕਾਨ। ਆ ਦੇਖੋ ਇਹ ਹੈਗਾ ਪੋਸਟ ਆਫਿਸ ਤੇ ਇੱਥੇ ਦਿਖਾਇਆ ਜਾ ਰਿਹਾ ਕਹਿੰਦੇ ਵੀ ਕੋਈ ਹੈਲੋਗ੍ਰਾਮ ਹੈਗਾ, ਹੋਲੋਗ੍ਰਾਮ ਤੇ ਹੋਲੋਗ੍ਰਾਮ ਦੇਖਦੇ ਆ ਆਪਾਂ। ਤੁਸੀਂ ਪਹੁੰਚ ਗਏ, ਤੁਹਾਨੂੰ ਪੂਰਾ ਦਿਖਾਇਆ ਹੋਇਆ ਹੈ ਕਿ ਵੀ ਕਿੱਦਾਂ ਇੱਥੇ ਕੀ ਚੀਜ਼ ਹੋਏਗੀ। ਜੀ ਸਟਾਰਟ ਹੋ ਗਈ ਹੈ ਕਹਾਣੀ। Welcome to Caboolture Post Office. All that changed when James Nash found gold in 1867 up north in a place called Gympie, and thousands of diggers started walking up that way in the pursuit of gold. Now I heard stories of men making their fortune, but most suffered terrible hardship without finding a scrap of gold, and I knew that was no life for my family. I knew that travellers would need supplies. So I followed the road they took. ਵੀ ਉਹ ਦੱਸ ਰਿਹਾ ਕਿ ਵੀ ਕਿਵੇਂ ਮੈਂ ਇੱਥੇ ਆਇਆ ਤੇ ਮੈਂ ਇੱਥੇ ਆ ਕੇ ਲੋਕਾਂ ਦੀਆਂ ਚਿੱਠੀਆਂ ਦੇਣੀਆਂ, ਮਤਲਬ ਕਿ ਮੈਂ ਨੋਰਮਲੀ ਦੇਣੀਆਂ ਸਟਾਰਟ ਕੀਤੀਆਂ, ਇੱਕ ਪਿੰਡ ਤੋਂ ਦੂਜੇ ਪਿੰਡ, ਦੂਜੇ ਤੋਂ ਮਤਲਬ ਮੈਂ ਸਭ ਤੋਂ ਪਹਿਲਾਂ ਗਿੰਪੀ ਗਿਆ, ਗਿੰਪੀ ਦੇ ਵਿੱਚ ਮੈਂ ਲੋਕਾਂ ਦੀਆਂ ਚਿੱਠੀਆਂ ਦੇਣੀਆਂ ਸਟਾਰਟ ਕਰਤੀਆਂ। ਫਿਰ ਮੈਂ ਪਿੰਡਾਂ ਤੋਂ ਪਿੰਡ ਦੇਣੇ ਸ਼ੁਰੂ ਕਰਤੇ, ਫਿਰ ਪਿੰਡ ਤੋਂ ਮੈਂ ਸਿਟੀ ਵੀ ਜਾਣਾ ਸ਼ੁਰੂ ਕਰਤਾ ਵੀ ਪੈਸੇ ਲੈ ਕੇ ਵੀ ਕਿ ਜਦੋਂ ਉਸ ਟਾਈਮ ਦੇ ਵਿੱਚ ਜੋ ਵੀ ਸੈਂਟ ਸੁੰਟ ਹੁੰਦੇ ਸੀ। ਫਿਰ ਜਦੋਂ ਇਹ ਇੰਨਾ ਜ਼ਿਆਦਾ ਇਹਦੇ ਕੋਲ ਕੰਮ ਚੱਲਦਾ ਸੀ, ਫਿਰ ਗੌਰਮੈਂਟ ਨੇ ਇਹਨੂੰ ਬੋਲਿਆ ਕਿ ਵੀ ਤੂੰ ਇੱਦਾਂ ਕੰਮ ਤਾਂ ਕਰੀ ਜਾਂਦਾ ਆ, ਵੀ ਤੂੰ ਫਿਰ ਸਾਡੀ ਸਰਕਾਰ ਦੇ ਲਈ ਵੀ ਕੰਮ ਕਰ। ਜਦੋਂ ਇਹ 1880 ਦੇ ਆਸ-ਪਾਸ ਦੀ ਗੱਲ ਦੱਸ ਰਿਹਾ, 1860 ਦੇ, ਫਿਰ ਇਹਨੇ ਮਤਲਬ ਆਪਣਾ ਆ ਜਿਹੜਾ ਪੋਸਟ ਆਫਿਸ ਦੇਖ ਰਹੇ ਹੁਣ ਸਜਾ ਕੇ ਰੱਖਿਆ ਹੋਇਆ, ਫਿਰ ਇਹਨੇ ਪੋਸਟ ਆਫਿਸ ਰੱਖਿਆ ਤੇ ਫਿਰ ਇਹਨੇ ਪੋਸਟ ਆਫਿਸ ਸਟਾਰਟ ਕੀਤਾ ਇਹਨੂੰ ਐਜ਼ ਅ ਅਫੀਸ਼ੀਅਲ। ਫਿਰ ਗਵਰਨਮੈਂਟ ਨੇ ਇਹਨੂੰ ਰੱਖਿਆ ਆਪਣੀ ਜੌਬ ਦੇ ਉੱਤੇ। ਮੈਂ ਬੋਲੂੰਗਾ ਕਿ ਵੀ ਇਹ ਰਾਤ ਨੂੰ ਨਹੀਂ ਤੁਸੀਂ ਇੱਥੇ ਗੇੜਾ ਮਾਰ ਸਕਦੇ, ਸ਼ਾਮ ਨੂੰ 5 ਵਜੇ ਤੁਹਾਨੂੰ ਲੱਗੂਗੇ ਨਿਕਲੀਏ। ਬਣਾਇਆ ਤਾਂ ਆਪਣੇ ਵੱਲੋਂ ਇੰਟਰਸਟਿੰਗ ਹੈ, ਪਰ ਇੱਥੇ ਕੋਈ ਹੈ ਨਹੀਂ ਨਾ, ਕਈ ਵਾਰ ਤਾਂ ਡਰ ਲੱਗਦਾ। ਸੋ ਇਹ ਸਾਰਾ ਕੁਝ ਤੁਹਾਨੂੰ ਦਿਖਾਇਆ ਹਸਪੀਟਲ ਦਾ। ਇੱਥੇ ਜਿੰਨੀਆਂ ਤੁਸੀਂ ਦੇਖੋਗੇ ਸਾਰੀਆਂ ਬਾਈਬਲਸ ਅਲੱਗ-ਅਲੱਗ ਟਾਈਮ ਦੇ ਵਿੱਚ ਨਾ ਅਲੱਗ-ਅਲੱਗ ਇਹਨਾਂ ਦੀ ਟ੍ਰਾਂਸਲੇਸ਼ਨਸ ਹੁੰਦੀਆਂ ਰਹੀਆਂ ਨੇ। ਕਿਸੇ ਪਰ ਸਭ ਤੋਂ ਬੈਸਟ ਹੈ ਜਿਹੜਾ ਕਿੰਗ ਜੇਮਸ ਵਰਜ਼ਨ ਮੰਨਿਆ ਜਾਂਦਾ ਆ, ਤੇ ਇਹਦੇ ਵਿੱਚ ਇਹਨਾਂ ਨੇ ਟ੍ਰਾਂਸਲੇਸ਼ਨਸ ਦੱਸੀਆਂ ਹੋਈਆਂ ਨੇ ਕਿ ਵੀ ਇਹ 1880 ਦੀ ਟ੍ਰਾਂਸਲੇਸ਼ਨ ਪਈ ਹੈ, 1867 ਦੀ ਟ੍ਰਾਂਸਲੇਸ਼ਨ ਪਈ ਹੈ, 1890 ਦੀ ਵੀ ਪਈ ਹੈ, ਕਾਮਨ ਪ੍ਰੇਅਰਸ ਪਈਆਂ ਨੇ, ਸਾਇੰਸ ਅਲੱਗ ਰੱਖੀਆਂ ਹੋਈਆਂ ਨੇ। ਮਤਲਬ ਜੋ ਵੀ ਜੇ ਤੁਹਾਨੂੰ ਬਾਈਬਲ ਦੀ ਸਮਝ ਹੈਗੀ ਆ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਮੈਂ ਜਿਸ ਚੀਜ਼ ਦੇ ਬਾਰੇ ਗੱਲ ਕਰ ਰਿਹਾ। ਪਰ ਇਹਨਾਂ ਨੇ ਸਾਰਾ ਕੁਝ ਰੱਖਿਆ ਹੋਇਆ ਹੈ, ਜਿਹੜੇ ਗਾਣੇ ਇੱਥੇ ਗਾਉਂਦੇ ਨੇ ਪ੍ਰੇਅਰ ਦੇ ਵਿੱਚ, ਤੇ ਉਹੀ ਆ। ਫਾਈਨਲੀ ਆਪਾਂ ਕਰ ਦਿੱਤਾ ਆਗਾਜ਼ ਕਿ ਅਸੀਂ ਅਚੀਵ ਕਰ ਲਿਆ, ਪੂਰਾ ਘੁੰਮ ਲਿਆ, ਇੱਕ ਕਮਰਾ, ਇੱਕ ਘਰ, ਸਾਰੀਆਂ ਚੀਜ਼ਾਂ ਘੁੰਮ ਲਈਆਂ ਨੇ। ਇਸ ਤੋਂ ਪਹਿਲਾਂ ਮੈਂ ਪੀਟਰੀ ਟਾਊਨ ਬਹੁਤ ਜ਼ਿਆਦਾ ਘੁੰਮ ਕੇ ਆਉਂਦਾ ਹੁੰਦਾ ਸੀ, ਕਿਉਂਕਿ ਮੈਨੂੰ ਉਹ ਬਹੁਤ ਵਧੀਆ ਲੱਗਦਾ ਸੀ, ਤੇ ਇਹ ਦੂਜੇ ਨੰਬਰ 'ਤੇ ਇਹ ਟਾਊਨ ਹੈ ਮੈਨੂੰ ਲੱਗਦਾ ਵੀ ਜਿਹੜਾ ਮੈਂ ਘੁੰਮ ਰਿਹਾ ਤੇ ਮੈਨੂੰ ਬਹੁਤ ਮਜ਼ਾ ਆਇਆ। ਸੋ ਇੱਥੇ ਹੀ ਆਪਾਂ ਆਪਣੇ ਸ਼ੋਅ ਦਾ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ ਇੱਕ ਨਵੀਂ ਜੀ ਪਲੇਸ 'ਤੇ। ਤੇ ਕੁਛ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮੇਰਾ ਟੂਰ ਕਿੱਦਾਂ ਦਾ ਲੱਗਿਆ, ਤੇ ਉਹ ਹੋਰ ਨੈਕਸਟ ਟਾਈਮ ਕੋਈ ਇੱਦਾਂ ਦੀ ਜਗ੍ਹਾ ਤੁਸੀਂ ਵੀ ਸੁਜੈਸਟ ਕਰਿਓ ਮੈਨੂੰ ਕਿ ਉੱਥੇ ਵੀ ਵਿਜ਼ਿਟ ਕਰਕੇ ਅਸੀਂ ਇੱਦਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।